सतनाम वाहिगुरु साहिब जी। तिलंग महला पहला। आनड़िए मानड़ा काए करहें, आपनड़े घर हर रंगो की ना माने हैं। आनड़िए मानड़ा काए करहें, आपनड़े घर हर रंगो की ना माने हैं। शोह नेड़े धन कमलिए, बाहर क्या ढूंढे हैं। भै किया देह सलाइयां नैनी, भाव का कर शिगारो। तां सुहागण जानिए लागी, जां शोह धरे प्यारो। आणी बाली क्या करे, जां तन कंत ना भावै। करण पलाह करे बहु तेरे, सा तन महल ना पावै। बिन कर्मा किश पाइयै नाही, जे बहु तेरा धावै। लब लोभ अहंकार की माती, माया माहे समाणी। इन्ही बाती शो पाइयै नाही, भई कामण आणी। जाए पुछो सुहागणी वाहै, किन्नी बाती शो पाइयै। जो किछ करे सो भला कर मानीऐ, हिकमत हुक्म चुकाइऐ। जाकै प्रेम पदार्थ पाइऐ, तो चरणी चित लाइऐ। शो कहै सो कीजै, तन मनो दीजै, ऐसा परमल लाइऐ। एव करह सुहागणी भैणे, इन्ही बाती शो पाइऐ। आप गवाइऐ तां शो पाइऐ, और कैसी चतुराई। शो नदर कर देखै सो दिन लेखै, कामण नौ निध पाई। अपने कंत प्यारी सा सुहागण, नानक सास पराई। ऐसे रंग राती सहज की माती, एहनस पाए समाणी। सुंदर साए स्वरूप बिचखण, कहिए सा स्याणी। ऐसे रंग राती सहज की माती, एहनस पाए समाणी। सुंदर साए स्वरूप बिचखण, कहिए सा स्याणी। परम सत्कारयोग गुरु प्यारी साध संगत जीओ, आओ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਕਾਗਰ ਕਰਨ ਦੀ ਕਰੀਏ ਕੋਸ਼ਿਸ਼, ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਿਹੜਾ ਹੁਣੇ ਆਪਾਂ ਸ਼ਬਦ ਸਰਵਣ ਕੀਤਾ, ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 722 ਅੰਗ ਉੱਪਰ ਸੁਭਾਈਮਾਨ ਹੈ। ਤਲੰਗ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਹੈ। ਆਓ ਮਨ ਬਿਰਤੀਆਂ
ਬਿਲਕੁਲ ਇਕਾਗਰ ਕਰਕੇ ਸਰਵਣ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਅੱਜ ਆਪਾਂ ਨੂੰ ਕੀ ਸਮਝਾ ਰਹੇ ਹਨ। ਤਿਲੰਗ ਮਹੱਲਾ ਪਹਿਲਾ। ਤਿਲੰਗ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਿੱਖ ਧਰਮ ਦੇ ਮੋਢੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹਾਜ਼ਰ ਅਤੇ ਨਾਜ਼ਰ ਹੋ ਕੇ ਸਮੇਤ ਮੇਰੇ ਆਪਣੇ ਸਾਰਿਆਂ ਨੂੰ ਗਿਆਨ ਦੀ ਬਖਸ਼ਿਸ਼ ਕਰ ਰਹੇ ਹਨ। ਏ ਅਨੜੀਏ ਮਾਨੜਾ ਕਾਏ ਕਰਹਿ। ਹੁਣ ਇੱਕ ਸਵਾਲ ਲੈ ਕੇ ਅਸੀਂ ਗੁਰੂ ਜੀ ਦੇ ਕੋਲ ਆਏ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਜੀਵਨ ਸਫਲ ਕਿਵੇਂ ਕਰਕੇ ਜਾਈਏ, ਅਸੀਂ ਕਿਵੇਂ ਜ਼ਿੰਦਗੀ ਬਤੀਤ ਕਰੀਏ, ਕਿਵੇਂ ਜੀਵਨ ਦਾ ਆਨੰਦ ਮਾਣ ਸਕਦੇ ਹਾਂ, ਅਸੀਂ ਕਿਵੇਂ ਉਸ ਪਰਮ ਆਨੰਦ ਦੀ ਪ੍ਰਾਪਤੀ ਕਰ ਸਕਦੇ ਹਾਂ, ਕਿਵੇਂ ਅਸੀਂ ਸਤਿਗੁਰ ਕੈ ਜਨਮੈ ਗਗਨ ਮਟਾਇਆ ਵਾਲਾ ਕਾਰਜ ਕਰ ਸਕਦੇ ਹਾਂ। ਤਾਂ ਆਪਾਂ ਨੂੰ ਸਮਝਾਇਆ ਜਾ ਰਿਹਾ ਗੁਰਮੁਖ ਪਿਆਰਿਓ ਪਹਿਲੀ ਪੰਕਤੀ ਵਿੱਚ ਅਨੜੀਏ ਨਿਆਣੀ ਜਿੰਦੇ ਮੇਰੀਏ, ਹੇ ਮੇਰੀ ਅਣਜਾਣ ਜਿੰਦੇ। ਪਹਿਲਾ ਨੁਕਤਾ ਆਪਾਂ ਆਪਣੇ ਆਪ 'ਤੇ ਲਗਾਉਣਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਹੁਣ ਇਸ ਟਾਈਮ ਪ੍ਰੈਜੈਂਟ ਹੋ ਕੇ ਸਮਝਾ ਰਹੇ ਹਨ ਕਿ ਭਾਈ ਆਪਣਾ ਮਾਣ ਆਪਣੀ ਹਉਮੈ ਖਤਮ ਕਰ। ਪਹਿਲਾ ਕੰਮ ਤਾਂ ਇਹੀ ਆ। ਕਿਉਂ ਜੀ? ਕਿਉਂਕਿ ਗੁਰਬਾਣੀ ਦਾ ਫਰਮਾਨ ਆ ਧਨ ਪਿਰ ਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਭੀਤ ਕਰਾਰੀ। ਅਗਰ ਭਾਈ ਤੂੰ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਧਰਮੀ ਬਣਿਆ ਤਾਂ ਤੈਨੂੰ ਪਹਿਲਾਂ ਹਉਮੈ ਛੱਡਣੀ ਪਊਗੀ। ਹਉਮੈ ਕਰਾਰੀ ਭੀਤਾ ਕੰਧਾ, ਤੇਰੀ ਆਤਮਾ ਤੇ ਪਰਮਾਤਮਾ ਦਾ ਮਿਲਾਪ ਨਹੀਂ ਹੋ ਰਿਹਾ, ਤੇਰਾ ਅੰਦਰਲਾ ਕਾਰਜ ਨਹੀਂ ਹੋ ਰਿਹਾ। ਤੇ ਇਹ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਤੈਨੂੰ ਸ਼ਬਦ ਦੀ ਕਮਾਈ ਕਰਨੀ ਪਊ, ਗੁਰਬਾਣੀ ਨੂੰ ਸੁਣਨਾ ਪਊ, ਸਮਝਣਾ ਪਊ, ਆਪਣੇ ਆਪ 'ਤੇ ਟਿਕਾਉਣਾ ਪਊ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਜਾਂ ਕਹਿ ਲਈਏ ਵੀ ਗੁਰ ਕੀ ਮੱਤ ਤੂੰ ਲੈ ਆਨੇ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਹੇ ਮੇਰੀਏ ਜਿੰਦੇ ਤੂੰ ਅਣਜਾਣ, ਤੂੰ ਜਾਣਕਾਰ ਬਣਨਾ, ਸਿਆਣੀ ਬਣਨਾ ਤਾਂ ਗੁਰੂ ਦੀ ਮੱਤ ਲੈ ਲਾ। ਆਪਣੀ ਮੱਤ ਨੂੰ ਛੱਡ ਦੇ, ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਾ। ਮੱਥਾ ਟੇਕਣ ਦਾ ਭਾਵ ਵੀ ਇਹੀ ਹੁੰਦਾ ਗੁਰਮੁਖ ਪਿਆਰਿਓ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੀ ਮੱਤ ਕੁਛ ਨਹੀਂ, ਮੇਰਾ ਗਿਆਨ ਕੁਛ ਨਹੀਂ, ਮੇਰੀਆਂ ਸੁਣੀਆਂ ਸੁਣਾਈਆਂ ਗੱਲਾਂ ਮੈਨੂੰ ਪਾਰ ਨਹੀਂ ਲੰਘਾ ਸਕਦੀਆਂ। ਮੇਰਾ ਅੰਦਰ ਜਿਹੜਾ ਡਾਟਾ ਬਣਿਆ ਹੋਇਆ ਦੁਨੀਆ ਤੋਂ ਸੁਣੀਆਂ ਸੁਣਾਈਆਂ ਗੱਲਾਂ ਦਾ ਉਹ ਡਿਲੀਟ ਕਰ ਦਿਓ ਤੇ ਆਪਣਾ ਗਿਆਨ ਦਾ ਰੰਗ ਚੜਾ ਦਿਓ। ਇਸ ਭਾਵਨਾ ਦੇ ਨਾਲ ਅਸੀਂ ਸਿੱਖਾਂ ਨੇ ਗੁਰੂ ਦੇ ਕੋਲ ਆ ਕੇ ਬੈਠਣਾ ਕਿ ਗੁਰੂ ਤੋਂ ਅਸੀਂ ਅਕਲ ਲੈਣੀ ਆ, ਮੱਤ ਲੈਣੀ ਆ, ਗਿਆਨ ਲੈਣਾ। ਕਿਉਂਕਿ ਅਕਲ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਏ ਤੇ ਅਕਲੀ ਕੀਚੈ ਦਾਨ। ਇਹ ਅਨੜੀਏ ਮਾਨੜਾ ਕਾਏ ਕਰੇ। ਐ ਮੇਰੀ ਬੇਅਕਲ ਜਿੰਦੇ ਕਿਉਂ ਹਉਮੈ ਕਰੀ ਫਿਰਦੀ ਹੈ? ਹਉਮੈ ਦੇ ਕਾਰਨ ਹੀ ਛੋਟੀ ਜਿਹੀ ਜ਼ਿੰਦਗੀ ਹੈ ਤੇਰੀ ਖੰਡਾਂ ਬ੍ਰਹਿਮੰਡਾਂ ਦੇ ਮੁਕਾਬਲੇ 'ਚ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤੇਰੇ 'ਤੇ ਕਿੰਨੀ ਹੋ ਰਹੀ ਆ, ਕਿੰਨਾ ਕੁਝ ਉਹ ਪਰਮਾਤਮਾ ਨੇ ਤੈਨੂੰ ਜਿਉਂਦਾ ਰੱਖਣ ਦੇ ਵਾਸਤੇ ਖਰਚ ਕੀਤਾ ਹੋਇਆ ਤੇ ਤੂੰ ਹਉਮੈ ਦਾ ਕਰਕੇ ਉੱਧਰ ਨੂੰ ਮੂੰਹ ਹੀ ਨਹੀਂ ਕਰਦਾ, ਉਹਦਾ ਸ਼ੁਕਰਾਨਾ ਹੀ ਨਹੀਂ ਕਰਦਾ, ਉਹਦਾ ਧੰਨਵਾਦ ਹੀ ਨਹੀਂ ਕਰਦਾ, ਆਪਣੇ ਗੁਰੂ ਨਾਲ ਹੀ ਨਹੀਂ ਜੁੜਦਾ, ਗੁਰਬਾਣੀ ਨਾਲ ਹੀ ਨਹੀਂ ਜੁੜਦਾ। ਫਿਰ ਤੂੰ ਸਿਆਣਾ ਕਿੱਥੋਂ ਹੋ ਜਾਏਗਾ? ਹੇ ਮੇਰੀਏ ਜਿੰਦੇ ਇਸ ਕਰਕੇ ਗੁਰੂ ਤੋਂ ਅਕਲ ਲੈ, ਮੱਤ ਲੈ। ਆਪਨੜੈ ਘਰ ਹਰ ਰੰਗੋ ਕੀ ਨਾ ਮਾਣੇ। ਜੇ ਤੂੰ ਗੁਰੂ ਦੀ ਮੱਤ ਲੈ ਲਵੇਂ ਤੇਰੀ ਬਾਹਰਲੀ ਭਟਕਣਾ ਮੁੱਕ ਸਕਦੀ ਹੈ। ਤੇਰਾ ਉੱਧਰ ਜਾਣਾ ਇੱਧਰ ਜਾਣਾ, ਖਰਚ ਕਰਨਾ, ਤੁਰੇ ਫਿਰਨਾ, ਸਰੀਰਕ ਜਿਹੜੀ ਭੱਜ ਦੌੜ ਆ ਉਹ ਮੁੱਕ ਸਕਦੀ ਹੈ। ਕਿਉਂ? ਕਿਉਂਕਿ ਗੁਰੂ ਨੇ ਟਿਕਾ ਬਖਸ਼ਣਾ ਤੈਨੂੰ। ਮਨ ਆ ਜਿਹੜਾ ਭਟਕਣਾ ਦੇ ਵਿੱਚ ਪਿਆ ਹੋਇਆ, ਮਨ ਦੇ ਫੁਰਨੇ ਆ ਜਿਹੜੇ ਚੱਲੀ ਜਾਂਦੇ ਆ, ਇਹ ਗਿਆਨ ਦੇ ਨਾਲ ਹੀ ਬੰਨਿਆ
जा सकदा। कुंभे बद्धा जल रहै, जल बिन कुंभ न होए, ज्ञान का बद्धा मन रहै, गुर बिन ਗਿਆਨ ਨਾ ਹੋਏ। ਇਸ ਕਰਕੇ ਗੁਰੂ ਦੇ ਨਾਲ ਜੁੜ, ਗਿਆਨ ਦੇ ਨਾਲ ਜੁੜ, ਤੇ ਅੰਦਰੋਂ ਹੀ ਰੰਗ ਲੱਗ ਜਾਣਗੇ, ਕਿਤੇ ਜਾਣ ਦੀ ਲੋੜ ਨਹੀਂ। ਆਪਣੜੈ ਘਰ ਹਰ ਹਰੀ ਪ੍ਰਮਾਤਮਾ ਤੇਰੇ ਅੰਦਰ ਆ। ਗੁਰੂ ਦੇ ਗਿਆਨ ਤੋਂ ਬਿਨਾਂ ਮਨੁੱਖ ਬਾਹਰ ਭਾਲਦਾ ਫਿਰਦਾ, ਬਾਹਰ ਭਟਕਦਾ ਫਿਰਦਾ। ਗੁਰੂ ਦਾ ਗਿਆਨ ਕਹਿੰਦਾ ਭਾਈ ਕਿਤੇ ਜਾਣ ਦੀ ਲੋੜ ਨਹੀਂ, ਟਿਕ ਕੇ ਗੁਰੂ ਦੇ ਸ਼ਬਦ ਨੂੰ ਸੁਣ, ਤਾਂ ਕਿ ਤੇਰੇ ਮਨ ਨੂੰ ਕੋਈ ਚੋਟ ਲੱਗੇ, ਮਨ ਇਹ ਗਿਆਨ ਦੇ ਵਿੱਚ ਬੰਨ੍ਹਿਆ ਜਾਵੇ। ਆਪਣੜੈ ਘਰ ਹਰ ਰੰਗੋ ਕੀ, ਇਹ ਰੰਗ ਲੱਗੇ ਪਏ ਆ ਹਰੀ ਪ੍ਰਮਾਤਮਾ ਘਰ ਦੇ ਵਿੱਚ ਹੀ ਹੈ, ਪਰ ਮੇਰਾ ਮਨ ਹੀ ਬਾਹਰ ਤੁਰਿਆ ਫਿਰਦਾ। ਨਾ ਰੱਬ ਹੈ ਉਹ ਰੰਗ ਮਾਣਦਾ ਨਹੀਂ। ਕਿਉਂ ਨਹੀਂ ਮਾਣਦਾ? ਕਿਉਂਕਿ ਅਗਿਆਨੀ ਆ, ਇਹਨੂੰ ਗਿਆਨ ਨਹੀਂ। ਸ਼ੋਹ ਨੇੜੈ ਧਨ ਕਮਲੀਏ, ਬਾਹਰ ਕਿਆ ਢੂੰਡੇ ਹੈ। ਸ਼ੋਹ ਪਤੀ ਪਰਮਾਤਮਾ, ਅਕਾਲ ਪੁਰਖ, ਵਾਹਿਗੁਰੂ, ਅੱਲਾ, ਬੀਠਲ, ਗੋਡ, ਜੋ ਮਰਜ਼ੀ ਕਹਿ ਲਈਏ, ਸੁਪਰੀਮ ਪਾਵਰ, ਉਹ ਕਿੱਥੇ ਆ? ਮੇਰੇ ਅੰਦਰ। ਮੈਂ ਜਾਣਾ ਕਿੱਥੇ ਆ? ਆਪਣੇ ਅੰਦਰ ਨੂੰ। ਛੱਡਣਾ ਕੀ ਆ? ਬਾਹਰਲੇ ਕੰਮ। ਸ਼ੋਹ ਨੇੜੈ, ਉਹ ਤਾਂ ਤੇਰੇ ਨੇੜੇ ਹੀ ਆ, ਤੇਰੇ ਨਾਲ ਹੀ ਵਸਦਾ। ਧਨ ਕਮਲੀਏ, ਉਹ ਕਮਲੀ ਜੀਵ ਇਸਤਰੀਏ। ਬਾਹਰ ਕਿਆ ਢੂੰਡੇ ਹੈ, ਕਿਉਂ ਬਾਹਰ ਢੂੰਡਦੀ ਫਿਰਦੀ ਆ? ਕਿਉਂ ਬਾਹਰਲਿਆਂ ਦੇ ਮਗਰ ਲੱਗੀ ਹੋਈ ਆ? ਇਸ ਕਰਕੇ ਆਪਣੇ ਗੁਰੂ ਨਾਲ ਜੁੜ, ਗੁਰਬਾਣੀ ਨਾਲ ਜੁੜ, ਆਪਣੇ ਅੰਦਰ ਨੂੰ ਜਾ ਭਾਈ। ਪਰਮਾਤਮਾ ਪਹਿਲੀ ਗੱਲ ਤਾਂ ਇਹ ਆ ਵੀ ਆਪਣਾ ਰਸਤਾ ਹੀ ਬਿਲਕੁਲ 36 ਵਾਲਾ ਅੰਕੜਾ ਅਸੀਂ ਬਾਹਰੋਂ ਲੱਭਦੇ ਹਾਂ, ਗੁਰਬਾਣੀ ਸਾਨੂੰ ਅੰਦਰੋਂ ਸਮਝਾ ਰਹੀ ਹੈ। ਪੈ ਕੀਆਂ ਦੇਹ ਸਲਾਈਆਂ ਨੈਣੀ, ਭਾਵ ਕਕਰ ਸ਼ਿਗਾਰੋ। ਹੇ ਭੈਣੇ, ਜੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਧਰਮੀ ਬਣੀ ਹੈ, ਜੇ ਤਾਂ ਮਾਇਆ ਵਾਸਤੇ ਬਣੀ ਹੈ, ਫਿਰ ਤਾਂ ਤਿੰਨਾਂ ਗੁਣਾਂ ਦੇ ਵਿੱਚ ਹੈਗਾ ਹੀ ਹੈ, ਚੱਲੀ ਜਾਂਦਾ ਸਾਰਾ ਕੁਝ। ਅਗਰ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਅਗਰ ਆਪਣਾ ਜਨਮ ਮਰਨ ਕੱਟਣਾ, ਅਗਰ ਉਹ ਚੌਥੇ ਪਦ ਦੀ ਪ੍ਰਾਪਤੀ ਕਰਨੀ ਹੈ, ਅਗਰ ਤੀਜਾ ਨੇਤਰ ਖੋਲ੍ਹਣਾ, ਅਗਰ ਆਨੰਦ ਲੈਣਾ, ਆਪਣੇ ਆਪ ਨੂੰ ਸਮਝਣਾ, ਅਗਰ ਆਪਣੇ ਅੰਦਰੋਂ ਗੁਣ ਪੈਦਾ ਕਰਨੇ ਆ, ਤਾਂ ਆਹ ਕੰਮ ਕਰਨਾ ਪਊਗਾ। ਕਿਹੜਾ ਜੀ? ਭੈ ਕੀਆਂ ਦੇ ਸਲਾਈਆਂ ਨੈਣੀ। ਨੈਣਾ ਦੇ ਵਿੱਚ, ਅੱਖਾਂ ਦੇ ਵਿੱਚ ਸ਼ਰਮ ਹੋਵੇ, ਭੈ ਹੋਵੇ, ਜਿਵੇਂ ਵੱਡਿਆਂ ਦਾ ਹੁੰਦਾ। ਇਸੇ ਤਰ੍ਹਾਂ ਗੁਰੂ ਹਾਜ਼ਰ ਤੇ ਨਾਜ਼ਰ ਆ। ਗੁਰੂ ਦਾ ਭੈ ਹੋਣਾ ਚਾਹੀਦਾ, ਗੁਰਬਾਣੀ ਤੋਂ ਭੈ ਆਉਣਾ ਚਾਹੀਦਾ। ਫਿਰ ਭੈ ਨੇ ਜਿਹੜਾ, ਜਿੰਨਾ ਚਿਰ ਸਾਡਾ ਭੈ ਨਹੀਂ ਬਣਦਾ, ਆਕੜ ਕੇ ਗੁਰੂ ਮੂਹਰੇ ਹੀ ਲੰਘੇਗੇ, ਫਿਰ ਗੱਲ ਨਹੀਂ ਬਣਨੀ। ਭੈ ਕੀਆਂ ਦੇ ਸਲਾਈਆਂ ਨੈਣੀ, ਪਹਿਲਾਂ ਅੱਖਾਂ ਦੇ ਵਿੱਚ ਭੈ ਪੈਦਾ ਕਰਨਾ। ਭਾਵ ਕਾ ਕਰ ਸ਼ਿਗਾਰੋ, ਜਦੋਂ ਇਹ ਨਿਰਮਲ ਭੈ ਪੈਦਾ ਹੋ ਗਿਆ ਗੁਰੂ ਦੇ ਨਾਲ, ਫਿਰ ਭੈ ਨੇ ਭਾਵ ਬਣਨਾ। ਭਾਵ ਹੁੰਦਾ ਪ੍ਰੇਮ। ਪ੍ਰੇਮ ਕਾ ਕਰ ਸ਼ਿਗਾਰੋ, ਜਦੋਂ ਗੁਰੂ ਦੇ ਭੈ ਦੇ ਵਿੱਚ ਆ ਗਈ ਮੇਰੀ ਜਿੰਦੇ, ਫਿਰ ਤੇਰਾ ਭਾਵ ਬਣੂਗਾ। ਕਿਹਦੇ ਨਾਲ ਬਣੂਗਾ? ਗੁਰੂ ਨਾਲ। ਗੁਰ ਪਰਮੇਸ਼ਰ ਇੱਕੋ ਜਾਣ। ਪਰਮਾਤਮਾ ਸਾਨੂੰ ਦੀਂਦਾ ਨਹੀਂ, ਗੁਰੂ ਤਾਂ ਦੀਂਦਾ ਨਾ। ਪਹਿਲਾਂ ਗੁਰੂ ਨਾਲ ਪਿਆਰ ਬਣੂਗਾ, ਫਿਰ ਗੁਰੂ ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਭਾਵ ਕਾ ਕਰ ਸ਼ਿਗਾਰੋ, ਇਸ ਕਰਕੇ ਭੈ ਦੀਆਂ ਸਲਾਈਆਂ ਨਿਰਮਲ ਭਉ ਅੰਦਰ ਰੱਖ ਗੁਰੂ ਦੇ ਪ੍ਰਤੀ, ਤੇ ਭਾਵ ਪ੍ਰੇਮ ਤੇਰੇ ਅੰਦਰ ਬਹੁਤ ਹੋਵੇ, ਇਹਦਾ ਸ਼ਿੰਗਾਰ ਕਰ। ਤਾਂ ਸੁਹਾਗਣ ਜਾਣੀਐ ਲਾਗੀ, ਜਾ ਸ਼ੋ ਤਰੇ ਪਿਆਰੋ। ਫਿਰ ਕੀ ਹੋਏਗਾ? ਫਿਰ ਤੇਰਾ ਵਿਆਹ ਹੋ ਜਾਵੇਗਾ ਆਤਮਾ ਤੇ ਪ੍ਰਮਾਤਮਾ ਦਾ। ਚਾਰੇ ਲਾਵਾਂ ਦਾ ਜਿਹੜਾ ਤੇਰਾ ਸੰਕਲਪ ਆ, ਉਹ ਤੇਰੇ ਅੰਦਰ ਹੀ ਢੁੱਕ ਜਾਵੇਗਾ। ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਹੋ ਜਾਵੇਗਾ। ਸੁਹਾਗਣ ਹੋ ਜਾਵੇਗੀ, ਪਤੀ ਵਰਤਾ ਹੋ ਜਾਵੇਗੀ। ਤਾਂ ਸੁਹਾਗਣ ਜਾਣੀਆਂ ਲਾਗੀ, ਜਾਂ ਸ਼ੋ ਧਰੇ ਪਿਆਰੋ। ਤਾਂ ਸੁਹਾਗਣ ਜੇ ਪਤੀ ਪਿਆਰ ਕਰਦਾ ਹੈ। ਪਤੀ ਪ੍ਰਮਾਤਮਾ ਪਿਆਰ ਕਿਵੇਂ ਕਰਦਾ ਹੈ? ਜਦੋਂ ਪਤੀ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਦੇ ਹਾਂ। ਗੁਰੂ ਸਿੱਖ ਨੂੰ ਪਿਆਰ ਕਦੋਂ ਕਰਦਾ ਹੈ? ਜਦੋਂ ਸਿੱਖ ਗੁਰੂ ਦੇ ਮੁਤਾਬਕ ਚੱਲਦਾ ਹੈ, ਉਹਨੂੰ ਸੁਹਾਗਣ ਕਿਹਾ ਜਾਂਦਾ। ਗੁਰੂ ਤੇ ਸਿੱਖ ਦਾ, ਜਾਂ ਕਹਿ ਲਈਏ ਆਤਮਾ ਤੇ ਪ੍ਰਮਾਤਮਾ ਦਾ, ਜਦੋਂ ਵਿਆਹ ਹੋ ਜਾਂਦਾ, ਫਿਰ ਉਹ ਕਿਤੇ ਹੋਰ ਨਹੀਂ ਜਾ ਸਕਦਾ। ਸੁਹਾਗਣ ਇਸਤਰੀਆਂ ਜਿਹੜੀਆਂ, ਉਹ ਬਸ ਫਿਰ ਉਦੋਂ ਬਾਅਦ ਤੱਕ ਗੁਰੂ ਦੀਆਂ ਹੀ ਬਣ ਜਾਂਦੀਆਂ। ਇਹੀ ਮੇਰਾ ਖਿਆਲ ਆ ਵੀ ਇੱਕ ਹੁੰਦੇ ਆ ਸਿੱਖ। ਸਿੱਖਿਆ ਕਾਸੇ ਦੀ ਵੀ ਲਈ ਜਾ ਸਕਦੀ ਹੈ,
ਤੇ ਇੱਕ ਹੁੰਦੇ ਆ ਗੁਰਸਿੱਖ। ਜਿਹੜੇ ਗੁਰਸਿੱਖ ਹੋ ਜਾਂਦੇ ਆ ਉਹ ਵਿਆਹੇ ਜਾਂਦੇ ਆ ਅੰਦਰੋਂ ਭਾਈ, ਫਿਰ ਉਹ ਪਤੀ ਦੇ ਪਿਆਰ ਵਿੱਚ ਬਾਵਰੇ ਹੋ ਜਾਂਦੇ ਆ। ਪਤੀ ਦਾ ਪਿਆਰ ਪ੍ਰਾਪਤ ਕਰਨ ਵਾਸਤੇ ਉਹ ਜੀਵ ਇਸਤਰੀਆਂ ਪਤੀ ਦੇ ਹੁਕਮ ਤੋਂ ਆਕੀ ਨਹੀਂ ਹੁੰਦੀਆਂ ਭਾਈ। ਇਆਣੀ ਬਾਲੀ ਕਿਆ ਕਰੇ, ਜਾਂ ਧਨ ਕੰਤ ਨਾ ਪਾਵੈ। ਇਆਣੀ ਹੁਣ ਜਿਹਨੇ ਗੁਣ ਸਿੱਖੇ ਹੀ ਨਹੀਂ, ਬਾਲੀ ਕਿਆ ਕਰੇ, ਕੀ ਕਰੇ ਜਿਹਦੇ ਕੋਲੇ ਗੁਣ ਹੀ ਨਹੀਂ, ਕੰਤ ਨਾ ਭਾਵੈ, ਉਹਨੂੰ ਕੰਤ ਪਤੀ ਭਾਉਂਦਾ ਹੀ ਨਹੀਂ, ਚੰਗਾ ਹੀ ਨਹੀਂ ਲੱਗਦਾ। ਕਿਉਂ? ਕਿਉਂਕਿ ਕੰਤ ਦੇ ਮੁਤਾਬਕ ਨਹੀਂ ਚੱਲਦੀ। ਹੁਣ ਜਿਹੜੀ ਬੱਚੀ ਪੇਕਿਆਂ ਦੇ ਵਿੱਚੋਂ ਗੁਣ ਸਿੱਖ ਕੇ ਜਾਂਦੀ ਹੈ ਉਹ ਪਤੀ ਨੂੰ ਭਾ ਜਾਂਦੀ ਹੈ। ਸਾਡਾ ਜਿਹੜਾ ਪੇਕਿਆਂ ਦਾ ਜਦੋਂ ਅਸੀਂ ਸਿੱਖਦੇ ਹਾਂ, ਜਿੰਨਾ ਚਿਰ ਉਹ ਪੇਕਿਆਂ ਵਾਲਾ, ਅਤੇ ਸਾਡੇ ਅੰਦਰ ਜਦੋਂ ਅਸੀਂ ਸਿੱਖ ਲੈਂਦੇ ਹਾਂ, ਚੰਗੇ ਬਣ ਜਾਂਦੇ ਹਾਂ, ਗੁਣਾਂ ਵਾਲੇ ਬਣ ਜਾਂਦੇ ਹਾਂ, ਫਿਰ ਪਤੀ ਨੂੰ ਭਾ ਜਾਂਦੇ ਹਾਂ। ਪਤੀ ਦੇ ਮੂਹਰੇ ਨਹੀਂ ਬੋਲਦੇ, ਪਤੀ ਦੇ ਆਖੇ ਲੱਗਦੇ ਆ। ਇਆਣੀ ਬਾਲੀ, ਇਆਣੀ ਆ ਜਿਹੜੀ ਮੂਰਖ ਜੀਵ ਇਸਤਰੀ, ਉਹਨੂੰ ਕੰਤ ਭਾਉਂਦਾ ਹੀ ਨਹੀਂ। ਕਰਨ ਭਲਾਹ ਕਰੇ ਬਹੁ ਤੇਰੇ, ਸਾ ਧਨ ਮਹਿਲ ਨਾ ਪਾਵੈ। ਉਹ ਜੀਵ ਇਸਤਰੀ ਟੱਕਰਾਂ ਤਾਂ ਬਹੁਤ ਮਾਰਦੀ ਹੈ, ਕਰਮ ਕਾਂਡ ਤਾਂ ਬਹੁਤ ਕਰਦੀ ਹੈ, ਤੇ ਅੜਾਟ ਵੀ ਬੜਾ ਪੈਂਦਾ ਅੰਦਰੋਂ। ਕਰਨ ਭਲਾਹ, ਅੰਦਰੋਂ ਦੁਖੀ ਕਰੇ ਬਹੁ ਤੇਰੇ, ਸਾ ਧਨ ਮਹਿਲ ਨਾ ਪਾਵੈ। ਪਰ ਉਹ ਜੀਵ ਇਸਤਰੀ ਜਿਹੜੀ ਗੁਰੂ ਤੋਂ ਬਿਨਾਂ ਚੱਲਦੀ ਹੈ, ਗੁਰੂ ਤੋਂ ਉਲਟ ਚੱਲ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਚਾਹੁੰਦੀ ਹੈ, ਆਪਣੀਆਂ ਮਰਜ਼ੀਆਂ ਕਰਦੀ ਹੈ, ਉਹ ਅੰਦਰ ਇੱਕ ਮਹਿਲ ਆ ਸ਼ੁਭ ਗੁਣਾਂ ਦਾ। ਬੇਗਮਪੁਰਾ ਸ਼ਹਿਰ ਕੋ ਨਾਉ, ਅੰਦਰ ਹੀ ਵਸ ਰਿਹਾ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਿਹੜੇ ਗੁਰੂ ਲੜ ਨਹੀਂ ਲੱਗਦੇ, ਆਪਣੇ ਆਪ ਦੀ ਖੋਜ ਤੋਂ ਵਾਂਝੇ ਰਹਿ ਜਾਂਦੇ ਆ, ਉਹ ਜੀਵ ਇਸਤਰੀਆਂ ਉਹ ਮਹਿਲ ਦੀ ਪ੍ਰਾਪਤੀ ਅੰਦਰਲੇ ਦੀ ਨਹੀਂ ਕਰ ਸਕਦੀਆਂ। ਬਿਨ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਤਾਵੈ। ਬਿਨ ਕਰਮਾ ਕਿਛ ਪਾਈਐ ਨਾਹੀ, ਬਿਨਾਂ ਕਰਮਾਂ ਤੋਂ ਕੁਛ ਵੀ ਪ੍ਰਾਪਤ ਨਹੀਂ ਹੁੰਦਾ। ਜੇ ਬਹੁ ਤੇਰਾ ਧਾਵੈ, ਜਿੱਥੇ ਮਰਜੀ ਭੱਜ ਲੋ ਜਾ ਕੇ। ਹੁਣ ਇਹ ਥੋੜ੍ਹੀ ਜਿਹੀ ਸਮਝਣ ਵਾਲੀ ਗੱਲ ਆ ਵੀ ਕਰਮ ਕੀ ਆ ਤੇ ਕਰਮ ਕਿਵੇਂ ਲਿਖੇ ਜਾਂਦੇ ਆ। ਕਰਮਾਂ ਜਿਹੜਾ ਸ਼ਬਦ ਆ ਇਹਦੇ ਦੋ ਅਰਥ ਆ, ਇੱਕ ਤਾਂ ਕਰਮ ਕਰਨੇ ਤੇ ਇੱਕ ਆ ਕਰਮ ਦਾ ਅਰਥ ਬਖਸ਼ਿਸ਼। ਹੁਣ ਦੋਨਾਂ ਨੂੰ ਹੀ ਜਦੋਂ ਨੇੜੇ ਲੈ ਜਾਵਾਂਗੇ ਤਾਂ ਇੱਕ ਬਣ ਜਾਣਾ, ਇੱਕ ਤੇ ਹੀ ਗੱਲ ਮੁੱਕਣੀ ਆ ਜਾ ਕੇ ਅਖੀਰ। ਚੰਗੇ ਕੰਮ ਕਰਨ ਦੇ ਨਾਲ, ਗੁਰੂ ਦੇ ਅਨੁਸਾਰੀ ਕੰਮ ਕਰਨ ਦੇ ਨਾਲ ਬਖਸ਼ਿਸ਼ ਦਾ ਪਾਤਰ ਹੋ ਜਾਂਦਾ ਮਨੁੱਖ। ਜਿਵੇਂ 5 ਖੰਡਾਂ ਦੇ ਵਿੱਚ ਦੱਸਿਆ, ਪਹਿਲਾ ਗਿਆਨ ਖੰਡ, ਪਹਿਲਾ ਧਰਮ ਖੰਡ, ਦੂਜਾ ਗਿਆਨ ਖੰਡ, ਤੀਜਾ ਸ਼ਰਮ ਖੰਡ, ਫਿਰ ਚੌਥਾ ਕਰਮ ਖੰਡ। ਪਹਿਲਾਂ ਆਪਣੇ ਆਪ ਨੂੰ ਸਵਾਰਨਾ। ਹੁਣ ਇੱਥੇ ਇਹ ਆ ਭਾਵ ਵੀ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਬਖਸ਼ਿਸ਼ ਹੋ ਜੇ, ਬਖਸ਼ਿਸ਼ ਹੋ ਜੇ। ਉਹ ਬਖਸ਼ਿਸ਼ ਵਾਸਤੇ ਉਹ ਐਫਰਟ ਪੂਰੇ ਨਹੀਂ ਕਰਦੇ। ਉਹ ਜਿਹੜੇ ਜਿਵੇਂ ਕਹਿ ਲਈਏ ਵੀ ਵੀਜ਼ਾ ਤਾਂ ਆ ਜਾਵੇ, ਪਰ ਉਹ ਸ਼ਰਤਾਂ ਪੂਰੀਆਂ ਵੀ ਕਰਨੀਆਂ ਨਾ, ਉਹ ਜ਼ਰੂਰੀ ਆ। ਵੀਜ਼ਾ ਫੇਰ ਆਊਗਾ ਨਾ, ਪਹਿਲਾਂ ਸ਼ਰਤਾਂ ਪੂਰੀਆਂ। ਸੋ ਪਹਿਲਾਂ ਮੈਨੂੰ ਮਿਹਨਤ ਮੇਰੀ ਹੈ, ਮੈਂ ਕਰਮ ਚੰਗੇ ਕਰਨੇ ਆ, ਗੁਰੂ ਤੋਂ ਪੁੱਛ ਕੇ ਕਰਮ ਕਰਨੇ ਆ। ਹੁਣ ਕਰਮ ਚੰਗੇ ਕਰਮਾਂ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੈ, ਜੇ ਨਹੀਂ ਚੰਗੇ ਕਰਮ ਨਹੀਂ ਪ੍ਰਾਪਤੀ। ਬਿਨ ਕਰਮਾਂ ਕਿਛ ਪਾਈਐ ਨਾਹੀ, ਕਰਮ ਕਿਹੜੇ ਕਰਨੇ ਆ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ, ਉਹ ਗੁਰੂ ਨੇ ਦੱਸਣੇ ਆ। ਗੁਰੂ ਤੋਂ ਉਲਟ ਜਿਹੜੇ ਕੰਮ ਕਰਦੇ ਆ ਉਹ ਖੜੀ ਗੱਡੀ ਨੂੰ ਰੇਸਾਂ, ਉਹ ਸਫ਼ਰ ਨਹੀਂ ਕਰ ਸਕਦੇ ਅਸੀਂ ਭਾਈ। ਟਾਇਰ ਥੱਲੇ ਲੱਗਣਗੇ ਫੇਰ ਹੀ ਗੱਡੀ ਸਫ਼ਰ ਕਰੂਗੀ। ਹਉਮੈ ਦੇ ਵਿੱਚ ਜਿਹੜੀ ਆ, ਹਉਮੈ ਵਿੱਚ ਸੇਵ ਨਾ ਹੋ ਬਈ, ਹਉਮੈ 'ਚ ਜਿਹੜੇ ਕੰਮ ਕਰਦੇ ਫਿਰਦੇ ਆ ਉਹ ਖੜੀ ਗੱਡੀ ਨੂੰ ਰੇਸਾਂ ਭਾਈ। ਬਿਨ ਕਰਮਾਂ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਕਰਮਾਂ ਦੀ ਨਿਸ਼ਾਨੀ, ਕਿਸਮਤ ਦੀ ਨਿਸ਼ਾਨੀ ਕੀ ਹੈ? ਜਦੋਂ ਪ੍ਰਮਾਤਮਾ ਦੀ ਕਿਰਪਾ ਦੀ ਨਿਸ਼ਾਨੀ ਕੀ ਹੈ? ਜਦੋਂ ਮਨੁੱਖ ਗੁਰੂ ਨਾਲ ਜੁੜ ਜਾਂਦਾ, ਉਦੋਂ ਉਹਦੇ ਕਰਮ ਖੁੱਲ੍ਹਣੇ, ਕਰਮ ਬਣਨੇ ਸ਼ੁਰੂ ਹੋ ਜਾਂਦੇ ਆ ਭਾਈ। ਲੱਭ ਲੋਭ ਅਹੰਕਾਰ ਕੀ ਮਾਤੀ, ਮਾਇਆ ਮਾਹੇ ਸਮਾਣੀ। ਪਰ ਗੁਰੂ ਦੇ ਗਿਆਨ ਤੋਂ ਬਿਨਾਂ ਜੀਵ ਇਸਤਰੀ ਲੱਭ ਇਕੱਠਾ ਕਰਨਾ, ਲੋਭ ਲੋਭੀ, ਲੋਭੀ ਕਾ ਵਿਸਵਾ ਨਾ ਕੀਜੈ, ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੈ ਤੋ ਹੈ, ਜਿੱਥੇ ਹੱਥ ਨਾ ਕਤਾਹੂ ਪਾਏ। ਇਹ ਲੱਭ ਤੇ ਲੋਭ ਹੀ ਸਾਨੂੰ ਲੈ ਬਹਿੰਦਾ। ਲੱਭ ਲੋਭ ਅਹੰਕਾਰ ਕੀ ਮਾਤੀ। ਅਗਰ ਗੁਰੂ ਨਾਲ ਜੁੜ ਗਈ ਤਿੰਨੇ ਚੀਜ਼ਾਂ ਮੁੱਕ ਜਾਣਗੀਆਂ। ਗੁਰਪ੍ਰਸਾਦ ਇਹੀ ਹੁੰਦਾ, ਗੁਰੂ ਦੀ ਮੱਤ ਇਹੀ ਹੁੰਦੀ ਹੈ, ਗੁਰੂ ਦੀ ਕਿਰਪਾ ਇਹੀ ਹੁੰਦੀ ਹੈ। ਅਗਰ ਨਹੀਂ ਜੁੜੇ ਤਾਂ ਫੇਰ ਕੀ ਹੈ? ਲੱਭ ਲੋਭ ਤੇ ਅਹੰਕਾਰ ਕੀ ਮਾਤੀ, ਮਤਵਾਲੀ ਹੋਈ ਜੀਵ ਇਸਤਰੀ ਮਾਇਆ ਮਾਹੇ ਸਮਾਣੀ, ਮਾਇਆ ਦੇ ਵਿੱਚ ਹੀ ਸਮਾ ਗਈ। ਤਿੰਨਾਂ ਗੁਣਾਂ ਦੇ ਵਿੱਚ ਹੁਣ ਜਿਹੜੇ ਧਰਮ ਦੇ ਕਾਰਜ ਆ ਉਹਦੇ ਵਿੱਚ ਵੀ ਮਾਇਆ, ਮਾਇਆ ਜਾਣੀ ਜਿਵੇਂ ਕਹਿ ਲਓ ਵੀ ਪ੍ਰਮਾਤਮਾ ਤੋਂ ਇੱਕ ਕਦਮ ਥੱਲੇ ਰਹਿ ਗਈ ਜੀਵ ਇਸਤਰੀ। ਜਾਂ ਆਪਾਂ ਐਂ ਕਹਿ ਲਈਏ ਵੀ ਆਹ ਗੁਰੂ ਗ੍ਰੰਥ ਸਾਹਿਬ ਜੀ ਹੈ ਤੇ ਆਹ ਗੋਲਕਾ।
ਜੇ ਤਾਂ ਗੋਲਕ ਤੇ ਹੀ ਜੁੜੇ ਰਹਿ ਗਏ ਫਿਰ ਤਾਂ ਉਹੀ ਗੱਲ ਹੀ ਹੈ, ਸ਼ਹੁ ਨਹੀਂ ਪਾਇਆ ਜਾ ਸਕਦਾ। ਮਾਇਆ ਮਾਹੇ ਸਮਾਣੀ, ਉਹਨੂੰ ਛੱਡ ਕੇ ਜੇ ਉੱਪਰ ਆ ਗਏ, ਗੁਰੂ ਦੇ ਲੜ ਲੱਗ ਗਏ, ਗੁਰਬਾਣੀ ਸੁਣਨ ਸਮਝਣ ਲੱਗ ਗਏ, ਫਿਰ ਪ੍ਰਾਪਤੀ ਹੋ ਸਕਦੀ ਹੈ ਭਾਈ। ਇੰਨੀ ਬਾਤੀ ਸ਼ਹੁ ਪਾਈ ਹੈ ਨਾਹੀ, ਭਈ ਕਾਮਣ ਇਆਣੀ। ਇਹਨਾਂ ਗੱਲਾਂ ਦੇ ਨਾਲ, ਬਾਹਰਲੀਆਂ ਗੱਲਾਂ ਦੇ ਨਾਲ, ਜਾਂ ਮਾਇਆ ਦੇ ਨਾਲ, ਜਾਂ ਕਿਸੇ ਵੀ ਚੀਜ਼ ਦੇ ਨਾਲ ਉਹ ਪ੍ਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ ਭਾਈ। ਭਈ ਕਾਮਣ ਇਆਣੀ, ਇਹ ਇਆਣੀ ਆ ਜੀਵ ਇਸਤਰੀ, ਟੱਕਰਾਂ ਮਾਰ ਰਹੀ ਹੈ। ਕਿਉਂ ਜੀ? ਕਿਉਂਕਿ ਇਹਨੇ ਗੁਰੂ ਦਾ ਗਿਆਨ ਲਿਆ ਹੀ ਨਹੀਂ। ਜਾਏ ਪੁੱਛੋ ਸੁਹਾਗਣੀ ਬਾਹੇ, ਕਿੰਨੀ ਬਾਤੀ ਸ਼ਹੁ ਪਾਈਐ। ਹੁਣ ਅਸੀਂ ਤਾਂ ਆਪ ਨਹੀਂ ਜੀ ਗਿਆਨ ਲਿਆ, ਇਹਦਾ ਮਤਲਬ ਅਸੀਂ ਵੀ ਨਿਆਣੇ, ਅਸੀਂ ਵੀ ਟੱਕਰਾਂ ਹੀ ਮਾਰਦੇ ਹਾਂ। ਹਾਂ, ਹੁਣ ਜਾਏ ਪੁੱਛੋ ਸੁਹਾਗਣਾ ਨੂੰ, ਜਿਨ੍ਹਾਂ ਨੇ ਪ੍ਰਾਪਤੀ ਕਰ ਲਈ, ਉਹ ਕਿੱਥੋਂ ਲੱਭਣਗੇ ਜੀ? ਹੁਣ ਐਂ ਕਿਵੇਂ ਪਤਾ ਲੱਗੂ ਕਿਹੜੀ ਸੁਹਾਗਣਾ ਤੇ ਕਿਹੜੀ ਦੁਹਾਗਣਾ? ਆ 35 ਸੁਹਾਗਣਾ ਦੀ ਬਾਣੀ ਹੈ, ਇਹ ਗੁਰਬਾਣੀ ਨਾਲ ਜੁੜ। ਸੁਹਾਗਣ ਬਣਨਾ ਤਾਂ ਉਹਨਾਂ ਦੇ ਬੋਲ ਆ ਜਿਹੜੇ ਸੁਹਾਗਣਾ ਬਣੇ ਸੀ, ਰਜਿਸਟਰਡ, ਨਾਨਕ ਪਦ ਦੀ ਮੋਹਰ ਲੱਗੀ ਹੋਈ ਹੈ। ਇਹਨਾਂ ਨੂੰ ਪੁੱਛ ਜਾ ਕੇ, ਜਾਏ ਪੁੱਛੋ ਸੁਹਾਗਣੀ ਬਾਹੇ, ਕਿੰਨੀ ਬਾਤੀ ਸ਼ਹੁ ਪਾਈ ਹੈ। ਹੁਣ ਆ ਕੇ ਪੁੱਛਿਆ ਕਿਹਨੂੰ? ਇਹ 35 ਦੇ ਅੱਗੇ ਡਿੱਗ ਪਈ ਜੀਵ ਇਸਤਰੀ। ਮੰਨ ਲਓ ਮੈਂ ਗੁਰੂ ਦੇ ਅੱਗੇ ਡਿੱਗ ਪਿਆ, ਆ ਕੇ ਹਾਰ ਗਿਆ। ਅਬ ਹਮ ਚੱਲੀ ਠਾਕਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਹੁਣ ਆ ਕੇ ਕੀ ਕਿਹਾ? ਕਾਰਾਂ ਦੇ ਦਿਓ, ਕੋਠੀਆਂ ਦੇ ਦਿਓ, ਵੱਡੇ ਕੰਮ ਦੇ ਦਿਓ, ਇਹ ਕਿਹਾ? ਨਹੀਂ। ਕੀ ਕਿਹਾ? ਇੱਕੋ ਹੀ ਸਵਾਲ ਬਣਨਾ ਅਖੀਰ ਦੇ ਵਿੱਚ, ਕਿੰਨੀ ਬਾਤੀ ਸ਼ਹੁ ਪਾਈ ਹੈ। ਕਿਹੜੀਆਂ ਗੱਲਾਂ ਨਾਲ ਮੈਂ ਪ੍ਰਮਾਤਮਾ ਦੇ ਨਾਲ ਮਿਲ ਸਕਦਾ? ਗੁਰੂ ਜੀ ਮੈਨੂੰ ਇਹ ਗਿਆਨ ਦਿਓ। ਫਿਰ ਗੁਰੂ ਜੀ ਬੋਲਦੇ ਆ, ਕੀ ਕਹਿੰਦੇ ਆ? ਜੋ ਕਿਛ ਕਰੇ ਸੋ ਭਲਾ ਕਰ ਮਾਨੀਐ। ਲੈ ਸੁਣ ਭਾਈ, ਜੋ ਉਹ ਪ੍ਰਮਾਤਮਾ ਕਰ ਰਿਹਾ, ਉਹਦੇ ਹੁਕਮਾਂ ਨੂੰ ਜਾਣ, ਉਹਦੇ ਹੁਕਮਾਂ ਤੋਂ ਉਲਟ ਨਾ ਚੱਲ। ਕਿਸੇ ਦੇਸ਼ ਦੇ ਹੁਕਮਾਂ ਤੋਂ, ਕਾਨੂੰਨਾਂ ਤੋਂ ਉਲਟ ਚੱਲੇਗਾ ਤਾਂ ਜੇਲ੍ਹ ਆ, ਆਨੰਦ ਨਹੀਂ ਮਾਣ ਸਕਦਾ। ਅਗਰ ਪਰਮਾਤਮਾ ਦੇ ਕਾਨੂੰਨਾਂ ਤੋਂ ਮਨੁੱਖ ਉਲਟ ਚੱਲਦਾ ਤਾਂ ਅੰਦਰੋਂ ਹੀ ਆਤਮਿਕ ਜੇਲ੍ਹ ਆ ਭਾਈ, ਆਨੰਦ ਨਹੀਂ ਜ਼ਿੰਦਗੀ ਦਾ ਮਾਣ ਸਕਦਾ। ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ। ਹਿਕਮਤ ਹੁੰਦਾ ਚਲਾਕੀ, ਹੁਕਮ ਆ ਪਰਮਾਤਮਾ ਦਾ। ਗੁਰਬਾਣੀ ਕੀ ਹੈ? ਹੁਕਮ। ਇਹਦੇ ਨਾਲ ਚਲਾਕੀਆਂ ਨਾ ਕਰ। ਜੇ ਕੋਈ ਚੱਜ ਦੀ ਗੱਲ ਦੱਸਦਾ, ਜੇ ਕੋਈ ਗੁਰਬਾਣੀ ਦਾ ਸੱਚ ਦੱਸਦਾ, ਉਹਨੂੰ ਕੀ ਕਰਦੇ ਆ? ਚੱਲ ਪਾਸੇ। ਆਪ ਦਾ ਬੰਦਾ ਲਿਪਾ ਪੋਚੀ ਵਾਲਾ, ਆ ਜਾ ਬਈ। ਇਹ ਕੀ ਹੈ? ਇਹ ਹਿਕਮਤ ਹੁਕਮ ਆ। ਇਹ ਚਲਾਕੀਆਂ ਨਾਲ ਹੁਕਮ ਨੂੰ ਬਦਲਿਆ ਜਾ ਰਿਹਾ। ਇਹ ਕੰਮ ਨਾ ਕਰ ਭਾਈ। ਜੇ ਆਪਣਾ ਭਲਾ ਚਾਹੁੰਦਾ, ਇਹ ਚਲਾਕੀਆਂ ਛੱਡ ਦੇ। ਕੋਈ ਚਲਾਕੀ ਨਹੀਂ ਚੱਲਣੀ ਇੱਥੇ, ਤਾਂ ਸਿੱਧਾ ਹੋ ਕੇ ਆ। ਜਾ ਕੇ ਪ੍ਰੇਮ ਪਦਾਰਥ ਪਾਈਐ, ਤੋ ਚਰਣੀ ਚਿਤ ਲਾਈਐ। ਬਾਕੀ ਦੂਜੀ ਸ਼ਰਤ, ਬਾਕੀ ਸਾਰੀਆਂ ਗੱਲਾਂ ਤੋਂ ਛੱਡ ਕੇ ਗੁਰੂ ਦੇ ਨਾਲ ਪ੍ਰੇਮ ਪਾ। ਮਨੁੱਖ ਮਨਮੁਖ ਹੋਏ ਬੰਦੇ ਕਾ ਬੰਦਾ, ਬੰਦਿਆਂ ਨੂੰ ਛੱਡ ਦੇ। ਇਹਨਾਂ ਨੇ ਜੰਮਦੇ ਮਰਦੇ ਰਹਿਣਾ। ਕਦਰ ਸਤਿਕਾਰ ਆਪ ਤੋਂ ਵੱਡੇ ਦਾ ਸਭ ਦਾ ਕਰਨਾ, ਆਪਦੇ ਮਾਂ-ਬਾਪ ਦਾ ਵੀ ਕਰਨਾ, ਪਰ ਗੱਲ ਕਿਹਦੀ ਸੁਣਨੀ ਹੈ? ਗੁਰੂ ਦੀ। ਜਾ ਕੇ ਪ੍ਰੇਮ ਪਦਾਰਥ ਪਾਈਐ, ਜਿੱਥੋਂ ਪ੍ਰੇਮ ਦਾ ਪਦਾਰਥ ਮਿਲਦਾ ਹੈ, ਤੋ ਚਰਣੀ ਚਿੱਤ ਲਾਈਐ। ਆਪਣਾ ਚਿੱਤ ਬਾਕੀ ਦੇ ਚਰਨਾਂ ਨਾਲੋਂ ਹਟਾ ਕੇ, ਬੰਦਿਆਂ ਦੇ ਚਰਨਾਂ ਨਾਲੋਂ ਹਟਾ ਕੇ, ਗੁਰਬਾਣੀ ਦੇ ਚਰਨਾਂ ਨਾਲ ਚਿੱਤ ਲਾਈਐ ਭਾਈ। ਸ਼ੌਕ ਹੈ ਸੋ ਕੀਜੈ, ਤਨ ਮਨੋ ਦੀਜੈ, ਐਸਾ ਪਰਮਲ ਲਾਈਐ। ਹੁਣ ਸ਼ੌਕ ਹੈ, ਜੋ ਪ੍ਰਮਾਤਮਾ ਕਹਿ ਰਿਹਾ। ਗੁਰਬਾਣੀ ਕੀ ਕਹਿ ਰਹੀ ਹੈ? ਕਿਹਦੇ ਬੋਲ ਆ? ਪ੍ਰਮਾਤਮਾ ਦੇ। ਜੋ ਗੁਰਬਾਣੀ ਕਹਿ ਰਹੀ ਹੈ, ਜੋ ਸ਼ੌਕ ਕਹਿ ਰਿਹਾ, ਉਹ ਕਰ। ਸੋ ਕੀਜੈ, ਬਾਕੀ ਦੇ ਕੰਮ ਸੁਣੀਆਂ ਸੁਣਾਈਆਂ ਗੱਲਾਂ ਛੱਡ ਦੇ। ਜੋ ਗੁਰਬਾਣੀ ਕਹਿ ਰਹੀ ਆ ਉਹ ਕਰ। ਤਨ ਮਨੋ ਦੀਜੈ, ਤਨ ਨਾ ਇਕੱਲਾ ਤੇਰਾ ਹਾਜ਼ਰ ਹੋਵੇ ਇੱਥੇ, ਮਨ ਵੀ ਨਾਲ ਹੋਵੇ। ਕਈ ਵਾਰੀ ਗੁਰਮੁਖ ਪਿਆਰਿਓ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ ਹੋ ਜਾਂਦੇ ਆ। ਇੱਕ ਸਾਖੀ ਆ, ਦਸ਼ਮੇਸ਼ ਪਿਤਾ ਜੀ ਦਾ ਸਮਾਂ ਸੀ। 5-4 ਬੰਦੇ ਪਹਿਰੇ ਤੇ ਖੜੇ ਗੁਰਮੁਖ ਪਿਆਰੇ, ਤੇ ਉਹਨਾਂ ਦੇ ਮਨ 'ਚ ਆ ਗਈ, ਕਿਤੇ ਤਮਾਸ਼ਾ ਚੱਲਦਾ ਸੀ ਸ਼ਹਿਰ ਦੇ ਵਿੱਚ। ਕਹਿੰਦੇ ਚਾਰਕ ਕਹਿੰਦੇ ਯਾਰ ਤਮਾਸ਼ਾ ਦੇਖ ਆਈਏ, ਦੁਬਾਰੇ ਦੇਖ ਨਹੀਂ ਹੋਣਾ, ਗੁਰੂ ਜੀ ਤਾਂ ਸੌਂ ਹੀ ਜਾਣੇ ਆ। ਤੇ ਦੂਜੇ ਕਹਿੰਦੇ 4 ਬੰਦੇ ਜਿਹੜੇ ਸੀਗੇ
ਉਹ ਕਹਿੰਦੇ ਵੀ ਨਹੀਂ ਨਹੀਂ ਗੁਰੂ ਜੀ ਉੱਠ ਖੜਨਗੇ, ਔਖਾ ਹੈ ਤਾਂ ਨਹੀਂ, ਅਸੀਂ ਤਾਂ ਖੜ੍ਹਦੇ ਹਾਂ ਪਹਿਰੇ 'ਤੇ, ਡਰ ਗਏ। 4 ਬੰਦੇ ਚਲੇ ਗਏ ਤਮਾਸ਼ਾ ਦੇਖਣ, 4 ਬੰਦੇ ਪਹਿਰੇ 'ਤੇ ਖੜ੍ਹੇ ਆ। ਜਿਹੜੇ ਤਾਂ ਤਮਾਸ਼ਾ ਦੇਖਣ ਗਏ ਉਹਨਾਂ ਨੂੰ ਤਾਂ ਤਮਾਸ਼ਾ ਪਤਾ ਹੀ ਨਹੀਂ ਲੱਗਿਆ ਵੀ ਕੀ ਸੀ ਕੀ ਨਹੀਂ, ਕਿਉਂਕਿ ਚਰਨਾਂ ਨਾਲ ਧਿਆਨ ਜੁੜਿਆ ਸੀ, ਗੁਰੂ ਜੀ ਉੱਠ ਨਾ ਖੜਨ, ਸਾਤੋਂ ਗਲਤੀ ਹੋ ਗਈ, ਅਸੀਂ ਐਵੇਂ ਹੀ ਆ ਗਏ, ਉਹ ਤਾਂ ਇਸ ਤਰ੍ਹਾਂ ਕਰਦੇ ਸੀ। ਜਿਹੜੇ ਖੜ੍ਹੇ ਸੀ ਉੱਥੇ ਉਹ ਕਹਿੰਦੇ ਸੀ ਕਿੰਨਾ ਵਧੀਆ ਹੋਊਗਾ ਯਾਰ, ਅਸੀਂ ਇੱਥੇ ਹੀ ਰਹਿ ਗਏ, ਗੁਰੂ ਜੀ ਕਿਹੜਾ ਉੱਠੇ ਆ, ਉਹ ਤਾਂ ਤਮਾਸ਼ਾ ਦੇਖਦੇ ਹੋਣਗੇ, ਉਹ ਤਾਂ ਵਧੀਆ। ਉਹ ਭਾਵ ਉਹਨਾਂ ਦਾ ਮਨ ਉੱਥੇ ਸੀ, ਉਹਨਾਂ ਦਾ ਉੱਥੇ ਸੀ। ਇਸੇ ਕਰਕੇ ਕਿਹਾ ਤਨ ਤੇ ਮਨ ਦੋਨੇ ਧਿਆਨ ਦੇ ਨਾਲ ਹਾਜ਼ਰ ਹੋਣ ਤਾਂ ਗੁਰਪ੍ਰਸਾਦ ਪ੍ਰਾਪਤ ਹੋ ਸਕਦਾ। ਸਾਨੂੰ ਸ਼ਬਦ ਦੇ ਨਾਲ ਸਾਡੀ ਸੁਰਤ ਜੁੜਨੀ ਜ਼ਰੂਰੀ ਹੈ ਗੁਰਮੁਖ ਪਿਆਰਿਓ। ਸੋ ਕਹੈ ਸੋ ਕੀਜੈ ਤਨ ਮਨੋ ਦੀਜੈ, ਐਸਾ ਪਰਮ ਲਾਈਐ। ਗੁਰੂ ਅੱਗੇ ਤਨ ਤੇ ਮਨ ਸੌਂਪ ਦੇ, ਰੱਖ ਦੇ, ਫਿਰ ਤੇਰੇ ਅੰਦਰੋਂ ਪਰਮਲ ਹੁੰਦਾ ਵਾਸ਼ਨਾ, ਤੇਰੇ ਅੰਦਰੋਂ ਗੁਣਾਂ ਦੀਆਂ ਵਾਸ਼ਨਾਵਾਂ ਆਉਣਗੀਆਂ। ਏਬ ਕਹਿ ਸੁਹਾਗਣੀ ਭੈਣੇ ਇਨੀ ਬਾਤੀ ਸ਼ੋ ਪਾਈਐ। ਹੁਣ ਸੁਹਾਗਣਾ ਕਹਿੰਦੀਆਂ ਲੈ ਭੈਣੇ ਸੁਣ, ਆਹ ਗੱਲਾਂ ਦੇ ਨਾਲ ਸ਼ੋ ਦੀ ਪ੍ਰਾਪਤੀ ਹੁੰਦੀ ਹੈ, ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਜੇ ਤੂੰ ਮੰਨ ਲੇਂਗੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਊਗੀ। ਅਗਰ ਸੁਹਾਗਣਾ ਦੀਆਂ ਗੱਲਾਂ, ਆ ਸਾਰੀ ਸੁਹਾਗਣਾ ਦੀ ਬਾਣੀ ਹੈ, ਨਾ ਮੰਨੇਗੀ, ਸੰਤ ਕੀ ਨਿੰਦਾ, ਗੁਰੂ ਸਾਧੂ ਸੰਤ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਆ, ਜੇ ਇੱਥੋਂ ਪਾਸਾ ਵੱਟੇਗਾ ਸੰਤ ਕੀ ਨਿੰਦਾ ਹੋ ਜਾਊਗੀ, ਫਿਰ ਭੱਜਿਆ ਫਿਰੇਗਾ, ਸਾਧੂ ਕੀ ਨਿੰਦਾ ਹੋ ਜਾਊਗੀ। ਜੇ ਗੁਰੂ ਨਾਲ ਜੁੜ ਜਾਏਗਾ ਤੇ ਸੰਤ ਦੀ ਗੱਲ ਸਾਧੂ ਦੀ ਗੱਲ ਮੰਨ ਲੇਗਾ। ਸਾਡੇ ਵਾਸਤੇ ਗੁਰੂ ਹੀ ਸਾਧੂ ਆ, ਗੁਰੂ ਇਹ 35 ਸੰਤ ਆ ਭਾਈ, ਇਹਨਾਂ ਨੇ ਸਾਨੂੰ ਅਕਲ ਮੱਤ ਦੇਣੀ ਹੈ। ਕਿਉਂਕਿ ਦੂਜੇ ਦਾ ਕਿਸੇ ਦੇ ਮਨ ਦਾ ਸਾਨੂੰ ਪਤਾ ਨਹੀਂ ਹੈ। ਅਸੀਂ ਐਡੇ ਗਿਆਨੀ ਧਿਆਨੀ ਜਾਂ ਐਡੇ ਪਾਰਦਰਸ਼ੀ ਹੈ ਨਹੀਂ ਵੀ ਇਹ ਸੁਹਾਗਣ ਆ ਤੇ ਇਹ ਦੁਹਾਗਣ ਆ। ਇਸ ਕਰਕੇ ਗੁਰਬਾਣੀ ਲੜ ਲੱਗੋ ਭਾਈ। ਆਪ ਗਵਾਈਐ ਤਾਂ ਸ਼ੋ ਪਾਈਐ ਔਰ ਕੈਸੀ ਚਤਰਾਈ। ਜਦ ਕਿ ਗੁਰੂ ਜੀ ਹਾਜ਼ਰ ਤੇ ਨਾਜ਼ਰ ਹੋ ਕੇ ਗਿਆਨ ਬਖਸ਼ ਰਹੇ ਆ ਸਾਨੂੰ। ਕੀ ਕਹਿੰਦੇ? ਆਪ ਗਵਾਈ ਹੈ। ਆ ਸਭ ਤੋਂ ਵੱਡਾ ਭਾਈ ਤੇਰੀ ਹਉਮੈ ਆ। ਸਾਰਾ ਬੰਦਾ, ਸਾਰਾ ਵਿਗੜਨ ਦਾ, ਸਾਰੇ ਕਾਸੇ ਦਾ ਕਾਰਨ ਹਉਮੈ ਆ। ਹਉਮੈ ਦੀਰਘ ਰੋਗ ਹੈ, ਇਹ ਰੋਗ ਆ ਅਸਲੀ। ਆਪ ਗਵਾਈਐ ਤਾਂ ਸ਼ੋ ਪਾਈਐ। ਆਪਣੀ ਆਕੜ, ਆਪਣੀ ਅਕਲ, ਆਪਣੀ ਮਤ, ਆਪਣੀ ਹੋਂਦ ਖਤਮ ਕਰ ਦੇ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਆਪ ਗਵਾਈਐ ਤਾਂ ਸ਼ੋ ਪਾਈਐ। ਡਿੱਗ ਪਾਓ ਗੁਰੂ ਦੇ ਅੱਗੇ, ਸਿੱਖਾ ਕੁਰਬਾਨ ਹੋ ਜਾ ਗੁਰੂ ਤੋਂ, ਤਾਂ ਪਰਮਾਤਮਾ ਦੀ ਪ੍ਰਾਪਤੀ ਹੋ ਜੂਗੀ ਭਾਈ। ਜਿੰਨਾ ਚਿਰ ਬੱਚਾ ਡਿੱਗਦਾ ਨਹੀਂ ਨਾ, ਉਹਨਾਂ ਚਿਰ ਮਾਂ ਚੱਕਦੀ ਨਹੀਂ। ਜਦੋਂ ਬੱਚਾ ਡਿੱਗ ਪੈਂਦਾ ਮਾਂ ਭੱਜ ਕੇ ਆ ਕੇ ਚੱਕ ਲੈਂਦੀ ਆ। ਜਦੋਂ ਸਾਡਾ ਮਨ ਰੂਪੀ ਬੱਚਾ ਗੁਰੂ ਦੇ ਅੱਗੇ ਡਿੱਗ ਪਿਆ, ਗੁਰਬਾਣੀ ਮਾਂ ਨੇ ਚੱਕ ਲੈਣਾ ਭਾਈ। ਡਿੱਗੀਏ ਆਪ ਗਵਾਈਐ ਤਾਂ ਸ਼ੋ ਪਾਈਐ ਔਰ ਕੈਸੀ ਚਤਰਾਈ। ਤੇਰੀਆਂ ਚੁਸਤ ਚਲਾਕੀਆਂ ਦੁਨੀਆ 'ਚ ਹੀ ਰਹਿ ਜਾਣੀਆਂ, ਇਹ ਅੰਦਰ ਨੂੰ ਜਾਣ ਵਾਸਤੇ ਕੋਈ ਚਤਰਾਈ ਨਹੀਂ ਚੱਲਣੀ ਭਾਈ। ਸ਼ੋ ਨਦਰ ਕਰ ਵੇਖੈ, ਸ਼ੋਹ ਨਦਰ ਕਰ ਦੇਖੈ, ਸੋ ਦਿਨ ਲੇਖੈ, ਕਾਮਣ ਨੌ ਨਿਧ ਪਾਈ। ਸ਼ੋ ਨਦਰ ਕਰ ਦੇਖੈ, ਜਿੱਦੇ ਮੈਨੂੰ ਪਰਮਾਤਮਾ ਨੇ ਨਜ਼ਰ ਕਰਕੇ ਦੇਖ ਲਿਆ। ਕਿੱਦਾਂ ਦੇਖਣਾ? ਪਰਮਾਤਮਾ ਕੋਈ ਇੱਕ ਰਸ ਵਿਆਪਕ ਆ, ਦਿਆਲੂ ਤੇ ਕਿਰਪਾਲੂ ਆ। ਅਸੀਂ ਢਲਣਾ, ਬਸ ਅਸੀਂ ਉਹਦੀ ਰੇਂਜ 'ਚ ਆਉਣਾ। ਅਸੀਂ ਉਹਦੀ ਨਜ਼ਰ ਬਖਸ਼ਿਸ਼ ਹੋ ਰਹੀ ਹੈ ਲਗਾਤਾਰ, ਅਸੀਂ ਆਪਣੇ ਭਾਂਡੇ ਸਿੱਧੇ ਕਰਨੇ ਆ, ਅਸੀਂ ਆਪਣੇ ਆਪ ਨੂੰ ਸਵਾਰਨਾ। ਜਿੱਦੇ ਨਜ਼ਰ 'ਚ ਆ ਗਏ ਸ਼ੋ ਨਜ਼ਰ ਕਰ ਦੇਖਿਆ, ਉਹ ਦੇਖ ਰਿਹਾ। ਇਹ ਨਹੀਂ ਹੈ ਵੀ ਕਿਸੇ ਦਿਨ ਦੇਖੇਗਾ, ਨਹੀਂ, ਮੇਰੀ ਗਲਤੀ ਹੈ, ਮੈਂ ਪਿੱਠ ਕਮਾਈ ਹੋਈ ਹੈ। ਗੁਰੂ ਹਾਜ਼ਰ ਨਾਜ਼ਰ ਆ, ਗਿਆਨ ਹਾਜ਼ਰ ਨਾਜ਼ਰ ਆ। ਮੈਂ ਗੁਰੂ ਦੇ ਸਾਹਮਣੇ ਨਹੀਂ ਆਇਆ, ਮੈਂ ਗੁਰੂ ਤੋਂ ਗਿਆਨ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਇਸ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ। ਉਹਦੀ ਨਜ਼ਰ ਤਾਂ ਹੋ ਰਹੀ ਹੈ, ਉਹਦਾ ਮੀਂਹ ਤਾਂ ਪੈ ਰਿਹਾ, ਹਉਮੈ ਦਾ ਢੱਕਣ ਤਾਂ ਮੈਂ ਚੱਕਣਾ। ਪਤੀਲਾ ਬਲੀ ਜਾਂਦਾ, ਅੱਗ ਬਲੀ ਜਾਂਦੀ ਹੈ ਉਹਦੇ ਥੱਲੇ। ਜਿੰਨਾ ਚਿਰ 100 ਡਿਗਰੀ 'ਤੇ ਨਹੀਂ ਪਹੁੰਚਿਆ ਉਹਨਾਂ ਚਿਰ ਢੱਕਣ ਨਹੀਂ ਚੱਕ ਹੋਣਾ। ਜਿੰਨਾ ਚਿਰ ਢੱਕਣ ਨਾ ਚੱਕਿਆ ਗਿਆ ਉਹਨਾਂ ਚਿਰ ਬਾਹਰੋਂ ਬਾਰਿਸ਼ ਨਹੀਂ ਪੈਣੀ ਭਾਈ। ਕਾਰਨ ਇਹੀ ਹੈ, ਗੁਰਬਾਣੀ ਦਾ ਲੱਗ ਆਪਣੇ ਅੰਦਰ ਸੇਕ ਪੈਦਾ ਕਰੋ ਗਿਆਨ ਦਾ, ਤਾਂ ਕਿ ਹਉਮੈ ਦਾ ਢੱਕਣ ਚੱਕਿਆ ਜਾਵੇ। ਵਰਖਾ ਜਿਹੜੀ ਹੋ ਰਹੀ ਹੈ ਗਿਆਨ ਦੀ, ਕਣ ਕਣ ਦੇ ਵਿੱਚੋਂ ਗਿਆਨ ਦਿੱਤਾ ਜਾ ਰਿਹਾ। ਪਰਮਾਤਮਾ ਦੇ ਪੁੱਤਰ ਆ ਅਸੀਂ ਸਾਰੇ ਭਾਈ। ਪ੍ਰਾਪਤ ਮਾਨਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ। ਸਾਡੀਆਂ ਆਪ ਦੀਆਂ ਗਲਤੀਆਂ ਜਦੋਂ ਮਨੁੱਖ ਨੇ ਇਹ ਸਮਝ ਲਿਆ ਕਿ ਮੇਰੇ ਦੁੱਖਾਂ ਦਾ ਕਾਰਨ ਮੈਂ ਖੁਦ ਹਾਂ, ਮੇਰੀ ਗਲਤੀ ਹੈ ਕਿਤੇ ਨਾ ਕਿਤੇ, ਉਦੋਂ ਆਪੇ ਦੀ ਪੜਚੋਲ ਕਰਨ ਲੱਗ ਜਾਣਾ ਮਨੁੱਖ ਨੇ। ਮੈਂ ਕੀ ਕਰਨ ਆਇਆ ਦੁਨੀਆ ਤੇ? ਉਹ ਖਾਣਾ ਪੀਣਾ, ਹੱਸਣਾ ਸੌਣਾ,
ਵਿਸਰ ਗਿਆ ਹੈ ਮਰਨਾ। ਮੈਂ ਰੋਬਟ ਨਹੀਂ ਹੈ, ਮੈਂ ਇਸ ਤਰ੍ਹਾਂ ਨਹੀਂ ਹੈ, ਕੇਵਲ ਤੇ ਕੇਵਲ ਗਧੇ ਵਾਂਗੂ ਕਮਾਈ ਹੋਈ ਕਰਕੇ ਆਇਆ। ਮੈਂ ਆਪਣੇ ਆਪ ਦਾ ਆਨੰਦ ਵੀ ਲੈਣਾ, ਮੈਂ ਆਪਣੇ ਆਪ ਨੂੰ ਜਾਣਨਾ ਵੀ ਹੈ, ਮੈਂ ਧੌਣ ਵੀ ਤਾਂ ਚੱਕਣੀ ਆ, ਮਾੜਾ ਮੋਟਾ ਆਲਾ ਦੁਆਲਾ ਵੀ ਦੇਖਣਾ, ਕਿਉਂਕਿ ਦੁਬਾਰੇ ਜ਼ਿੰਦਗੀ ਨਹੀਂ ਮਿਲਣੀ ਭਾਈ। ਗੁਰਮੁਖ ਪਿਆਰਿਓ, ਇਸ ਕਰਕੇ ਆਪਣੀਆਂ ਸੁੱਤੀਆਂ ਰੂਹਾਂ ਨੂੰ ਜਗਾਈਏ। ਇੱਕ ਨੀਂਦ ਆ ਬਾਹਰਲੀ, ਇੱਕ ਨੀਂਦ ਆ ਅੰਦਰਲੀ। ਬਾਹਰਲੀ ਨੀਂਦ ਤਾਂ ਜਦੋਂ ਪੂਰੀ ਹੋ ਗਈ ਆਪੇ ਹੀ ਜਾਗ ਆ ਜਾਂਦੀ ਹੈ, ਤੇ ਅੰਦਰਲੀ ਨੀਂਦ ਗੁਰੂ ਤੋਂ ਬਿਨਾਂ ਨਹੀਂ ਖੁੱਲ੍ਹਦੀ। ਗੁਰੂ ਦੇ ਬਚਨਾਂ ਤੋਂ ਬਿਨਾਂ, ਗੁਰੂ ਦੇ ਤੀਰ ਵੱਜੇ ਤੋਂ ਬਿਨਾਂ ਨਹੀਂ ਜਾਗ ਹੁੰਦਾ। ਛੱਡ ਕੇ ਚਤੁਰਾਈਆਂ ਔਰ ਕੈਸੀ ਚਤੁਰਾਈ, ਗੁਰੂ ਦੇ ਅੱਗੇ ਢਹਿ ਪਈਏ ਜੀ। ਸੋ ਨਦਰ ਕਰ ਦੇਖੈ ਸੋ ਦਿਨ ਲੇਖੈ, ਕਾਮਣ ਨੌ ਨਿਧ ਪਾਈ। ਜਿੱਦਾਂ ਇਹ ਕਾਰਜ ਹੋ ਗਿਆ ਉਦਾਂ ਹੀ 9 ਨਿਧੀਆਂ ਦੇ ਖਜ਼ਾਨੇ ਕਾਮਣ ਨੂੰ ਪ੍ਰਾਪਤ ਹੋ ਜਾਂਦੇ ਹਨ। ਆਪਣੇ ਕੰਤ ਪਿਆਰੀ ਸਾ ਸੁਹਾਗਣ, ਨਾਨਕ ਸਾ ਸਪਰਾਈ। ਜਿਹੜੀ ਜੀਵ ਇਸਤਰੀ ਆਪਣੇ ਕੰਤ ਨੂੰ ਪਿਆਰੀ ਹੋ ਗਈ, ਜਿਹਨੇ ਆਪਣੇ ਆਪ ਨੂੰ ਸਵਾਰ ਲਿਆ, ਜਿਹੜਾ ਸਿੱਖ ਸਵਰ ਗਿਆ, ਗੁਰੂ ਦੇ ਅਨੁਸਾਰੀ ਹੋ ਗਿਆ, ਉਹ ਕੰਤ ਨੂੰ ਪਿਆਰਾ ਹੋ ਗਿਆ। ਸਾ ਸੁਹਾਗਣ, ਉਹ ਜੀਵ ਇਸਤਰੀ ਸੁਹਾਗਣ ਹੋ ਗਈ। ਨਾਨਕ ਸਾ ਸਪਰਾਈ, ਉਹ ਸੋਹਣੇ ਭਰਾਵਾਂ ਵਾਲੀ ਹੋ ਗਈ। ਕਿਵੇਂ ਭਾਈ? ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਬਸੇਖ। ਨਵਾਂ ਜੀਵਨ ਮਨ ਨੂੰ ਪ੍ਰਾਪਤ ਹੋ ਜਾਣਾ। ਮਾਤਾ ਮਤ, ਚੰਗੀ ਮਤ ਮਾਤਾ। ਅਸੀਂ ਕੀ ਮੰਗਦੇ ਹਾਂ? ਮਤ ਉੱਚੀ, ਮਨ ਨੀਵਾਂ। ਜਿੱਦਾਂ ਸਾਡੀ ਮਤ ਕਿੱਥੋਂ ਬਣਨੀ ਹੈ, ਉੱਚੀ ਕਿਵੇਂ ਹੋਣੀ ਹੈ? ਗੁਰੂ ਦਾ ਗਿਆਨ ਲੈ ਲੈ ਕੇ। ਮਨ ਆ ਜਿਹੜਾ, ਇਹਨੂੰ ਕਾਬੂ ਮਤ ਨਾ ਕਰਨਾ, ਗਿਆਨ ਨਾ ਕਰਨਾ। ਉਹੀ ਜੀਵ ਇਸਤਰੀ ਭਾਈ ਸੁਹਾਗਣ ਭਰਾਵਾਂ ਵਾਲੀ ਹੈ। ਐਸੇ ਰੰਗ ਰਾਤੀ ਸਹਿਜ ਕੀ ਮਾਤੀ, ਅਹਨਸ ਭਾਏ ਸਮਾਣੀ। ਇਹ ਇੱਕ ਵਾਰੀ ਜ਼ਿੰਦਗੀ 'ਚ ਕਾਰਜ ਹੋਣਾ ਭਾਈ। ਰਾਕਟ ਤਾਹਾਂ ਚਾੜਨ ਵਾਸਤੇ ਬਹੁਤ ਜ਼ੋਰ ਲੱਗਦਾ, ਜਦੋਂ ਤਾਂ ਵਾਲੀ ਹਵਾ 'ਚ ਚਲਿਆ ਜਾਂਦਾ ਫਿਰ ਉਹ ਆਪੇ ਹੀ ਤੁਰਿਆ ਫਿਰਦਾ। ਇਸੇ ਤਰ੍ਹਾਂ ਤਿੰਨਾਂ ਗੁਣਾਂ ਤੋਂ ਤਾਹਾਂ ਉੱਠਣ ਨੂੰ ਬਹੁਤ ਜ਼ੋਰ ਲੱਗਦਾ। ਜਦੋਂ ਉੱਠ ਖੜੇ, ਜਦੋਂ ਚੌਥੇ ਪਦ ਦੀ ਅਵਸਥਾ ਪ੍ਰਾਪਤ ਹੋ ਗਈ, ਜਦੋਂ ਗਿਆਨ ਮੰਡਲ ਦੇ ਵਿੱਚ ਸੁਰਤਾਂ ਤਾਰੀਆਂ ਲਾਉਣ ਲੱਗ ਗਈਆਂ, ਫਿਰ ਕਿਸੇ ਜ਼ੋਰ ਦੀ ਲੋੜ ਨਹੀਂ ਹੈ, ਸਹਿਜੇ ਹੀ ਮਤਵਾਲੀ ਹੋ ਜਾਂਦੀ ਹੈ ਜੀਵ ਇਸਤਰੀ, ਜਿਹਨੂੰ ਕਹਿੰਦੇ ਆ ਵੀ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਐਸੇ ਰੰਗ ਰਾਤੀ, ਐਸੇ ਨਾਮ ਦੇ ਰੰਗ ਵਿੱਚ ਜੀਵ ਇਸਤਰੀ ਰੰਗੀ ਜਾਂਦੀ ਹੈ। ਸਹਿਜ ਕੀ ਮਾਤੀ, ਉਹਦੀ ਭਟਕਣਾ ਮੁੱਕ ਜਾਂਦੀ ਹੈ, ਉਹਦੇ ਅੰਦਰ ਸਹਿਜ ਆ ਜਾਂਦਾ ਹੈ, ਉਹਦੇ ਅੰਦਰ ਟਿਕਾਓ ਆ ਜਾਂਦਾ ਹੈ। ਅਹਨਸ ਭਾਏ ਸਮਾਣੀ, ਫਿਰ ਉਹ ਮਿਹਨਤ ਕਰ ਕਰਕੇ ਇੱਕ ਵਾਰੀ ਸੱਚ ਦੇ ਵਿੱਚ ਸਮਾ ਜਾਂਦੀ ਹੈ। ਫਿਰ ਉਹਨੂੰ ਸਪੈਸ਼ਲ ਕੰਮ ਕਰਨ ਦੀ ਲੋੜ ਨਹੀਂ ਰਹਿੰਦੀ। ਅਹਨਸ, ਦਿਨ ਰਾਤ ਹੀ ਪ੍ਰਮਾਤਮਾ ਦੇ ਭਾਏ ਪ੍ਰੇਮ ਦੇ ਵਿੱਚ ਸਮਾ ਜਾਂਦੀ ਹੈ। ਜਿੱਦੇ ਅੰਦਰ ਖੁੱਲ੍ਹ ਗਿਆ ਉਹਦੇ ਕੋਈ ਸਪੈਸ਼ਲ ਕੰਮ ਕਰਨ ਦੀ ਲੋੜ ਨਹੀਂ। ਹਰ ਚੀਜ਼ ਨੂੰ ਦੇਖੋਗੇ, ਬਾਹਰਲੀ ਕਿਸੇ ਵੀ ਚੀਜ਼ ਨੂੰ ਦੇਖੋਗੇ, ਦੀ ਐਂਡ ਤੱਕ ਜਾਓਗੇ, ਪਰਮਾਤਮਾ ਤੱਕ ਪਹੁੰਚ ਜਾਓਗੇ। ਫੁੱਲ ਨੂੰ ਪੁੱਛਿਆ ਕਿੰਨਾ ਸੋਹਣਾ, ਕਹਿੰਦਾ ਟਾਹਣੀ ਦੇ ਕਰਕੇ ਆ। ਟਾਹਣੀ ਨੂੰ ਪੁੱਛਿਆ ਬੜਾ ਫੁੱਲ ਸੋਹਣਾ ਲਈ ਫਿਰਦੀ ਆ, ਕਹਿੰਦੀ ਜੜ੍ਹਾਂ ਦਾ ਕਰਕੇ ਆ। ਜੜ੍ਹਾਂ ਨੂੰ ਪੁੱਛਿਆ ਕਮਾਲ ਕਰ ਦਿੱਤੀ, ਇਹੋ ਜਿਹੀ ਮਿੱਟੀ ਦੇ ਵਿੱਚੋਂ ਕਿਆ ਕੱਢਦਾ ਫੁੱਲ ਸਮੁੱਲਾ ਮਾਰੀ ਜਾਂਦਾ, ਕਹਿੰਦੀ ਧਰਤੀ ਕਰਕੇ ਆ। ਧਰਤੀ ਨੂੰ ਪੁੱਛਿਆ, ਕਹਿੰਦੀ ਪਾਣੀ ਕਰਕੇ ਆ। ਪਾਣੀ ਨੂੰ ਪੁੱਛਿਆ, ਕਹਿੰਦਾ ਪਰਮਾਤਮਾ ਕਰਕੇ। ਅਖੀਰ ਉੱਥੇ ਤੱਕ ਪਹੁੰਚ ਜਾਣਾ। ਆਪਣਾ ਇੱਕ ਇੱਕ ਸਵਾਸ ਵੱਲ ਨਿਗਾਹ ਮਾਰੀਏ, ਕਿਵੇਂ ਸਵਾਸ ਬ੍ਰਹਿਮੰਡ ਦੇ ਵਿੱਚੋਂ ਆ ਰਹੇ ਆ, ਕਿਵੇਂ ਇਹ ਸਾਡਾ ਚੱਕਰ ਚਲਾ ਕੇ ਮਸ਼ੀਨਰੀ, ਕਿਵੇਂ ਆਕਸੀਜਨ, ਕਿਹੜੀ ਮਸ਼ੀਨਰੀ ਲੱਗੀ ਹੋਈ ਆ ਜਿਹੜੀ ਅੰਦਰ ਫਟਾਫਟ ਆਕਸੀਜਨ ਅਬਜ਼ਰਵ ਕਰ ਲੈਂਦੀ ਆ, ਕਾਰਬਨ ਡਾਈਆਕਸਾਈਡ ਬਾਹਰ ਕੱਢ ਦਿੰਦੀ ਹੈ। ਇਸੇ ਤਰ੍ਹਾਂ ਅਸੀਂ ਆਕਸੀਜਨ ਰੂਪੀ ਗੁਣ ਆਪਣੇ ਅੰਦਰ ਲੈ ਕੇ ਜਾਣੇ ਆ, ਕਾਰਬਨ ਡਾਈਆਕਸਾਈਡ ਰੂਪੀ ਔਗਣ ਬਾਹਰ ਕੱਢਣੇ ਆ। ਅਹਨਸ ਭਾਏ ਸਮਾਣੀ, ਜਿਹੜੇ ਆਪਣੇ ਆਪ 'ਤੇ ਮਿਹਨਤ ਕਰ ਲੈਂਦੇ ਆ, ਪਰਮਾਤਮਾ ਨੂੰ ਜਿਹੜਾ ਚੌਥਾ ਪਦ ਪ੍ਰਾਪਤ ਕਰ ਲੈਂਦੇ ਆ, ਨੇਤਰ ਖੋਲ੍ਹ ਲੈਂਦੇ ਆ, ਫਿਰ ਆਪਣੇ ਆਪ ਨੂੰ ਹੀ ਦੇਖ ਕੇ ਪ੍ਰਮਾਤਮਾ, ਕਿਉਂਕਿ ਜਿੰਨਾ ਚਿਰ ਉਹਦੀ ਕਿਰਪਾ ਗੁਰਮੁਖ ਪਿਆਰਿਓ, ਉਨਾ ਚਿਰ ਅਸੀਂ ਬੋਲ ਰਹੇ ਹਾਂ, ਉਨਾ ਚਿਰ ਹੀ ਹੱਥ ਪੈਰ ਚੱਲਦੇ ਆ। ਅੱਖਾਂ ਇਹੀ ਰਹਿ ਜਾਣੀਆਂ ਪਰ ਦੇਖ ਨਹੀਂ ਸਕਣਾ, ਕੰਨ ਇਹੀ ਹੋਣੇ ਆ ਪਰ ਸੁਣ ਨਹੀਂ ਸਕਣਾ, ਹੱਥ ਪੈਰ ਇਹੀ ਹੋਣੇ ਆ ਪਰ ਚੱਲਣ ਨਹੀਂ ਸਕਣਾ। ਜਿੱਦੇ ਉਹ ਪ੍ਰਮਾਤਮਾ ਦੀ ਕਨੈਕਸ਼ਨ ਟੁੱਟ ਗਿਆ, ਨਿਗਾਹ ਪੱਠੀ ਹੋ ਗਈ। ਸੋ ਇਸ ਕਰਕੇ ਉਹਨਾਂ ਚਿਰ ਚਾਂਸ ਆ ਸਾਡੇ ਕੋਲੇ ਉਹ ਆਨੰਦ ਮਾਣਨ ਦਾ, ਪਰਮਾਤਮਾ ਨਾਲ ਜੁੜਨ ਦਾ। ਸੁੰਦਰ ਸਾਏ ਸਰੂਪ ਵਿਚਖਣ, ਕਹੀ ਐਸਾ ਸਿਆਣੀ। ਉਸ ਜੀਵ ਇਸਤਰੀ ਨੂੰ, ਉਸ ਗੁਰਮੁਖ ਪਿਆਰੇ ਨੂੰ ਸੁੰਦਰ ਕਿਹਾ ਜਾਂਦਾ। ਸੁੰਦਰ ਸਾਏ ਸਰੂਪ
ਵਿਚੱਖਣ, ਬਹੁਤ ਵਿਚੱਖਣ ਸਰੂਪ ਵਾਲੀ। ਇੱਕ ਹੁੰਦੀ ਹੈ ਸੂਰਤ, ਇੱਕ ਹੁੰਦੀ ਹੈ ਸੀਰਤ। ਸੂਰਤ ਜੋ ਪਰਮਾਤਮਾ ਨੇ ਦੇ ਦਿੱਤੀ ਠੀਕ ਆ, ਜਿੰਨਾ ਕੱਦ ਦੇ ਦਿੱਤਾ ਠੀਕ ਆ, ਜਿਹੋ ਜਿਹਾ ਨੱਕ ਮੂੰਹ ਦੇ ਦਿੱਤਾ ਠੀਕ ਆ, ਜਿਹੋ ਜਿਹਾ ਰੰਗ ਬੰਨ ਦੇ ਦਿੱਤਾ ਠੀਕ ਆ। ਹੁਣ ਬਦਲਣਾ ਕੀ ਹੈ? ਬਦਲਣੀ ਆ ਸੀਰਤ, ਆਪਣੀ ਮਿਹਨਤ ਕਰਨੀ ਹੈ। ਅਬਦੁਲ ਕਲਾਮ ਜੀ ਕਾਲੇ ਰੰਗ ਦੇ ਸੀ, ਪਰ ਦੇਖੋ ਅੱਜ ਤੱਕ ਵੀ ਕਿੱਥੇ ਤੱਕ ਪਹੁੰਚ ਗਏ, ਸੀਰਤ ਜਗਾ ਲਈ ਜਿਨ੍ਹਾਂ ਨੇ। ਉਹ ਵਿਚੱਖਣ ਜੀਵ ਇਸਤਰੀ ਬਣ ਜਾਂਦੀ ਹੈ, ਉਹ ਗੁਰਮੁਖ ਪਿਆਰੇ ਸੁੰਦਰ ਹੋ ਜਾਂਦੇ ਆ। ਸਾਏ ਸਰੂਪ ਵਿਚੱਖਣ ਕਹੀਐ ਸਾ ਸਿਆਣੀ। ਗੁਰੂ ਬਾਬਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮੈਂ ਤਾਂ ਉਹਨੂੰ ਸਿਆਣੀ ਕਹਿੰਦਾ ਜਿਹੜੇ ਭਾਈ ਇਹ ਕਾਰਜ ਕਰ ਲੈਂਦੇ ਆ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਸ ਕਰਕੇ ਗੁਰੂ ਦੇ ਅਸੀਂ ਜਿਹੜਾ ਆਲੇ ਦੁਆਲੇ ਬੈਠ ਕੇ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਇਹ ਗਿਆਨ ਪ੍ਰਾਪਤ ਕਰਨਾ ਸਾਡੇ ਵਾਸਤੇ ਇਹ ਅਕਲ, ਇਹ ਮੱਤ, ਇਹ ਗਿਆਨ ਸਭ ਤੋਂ ਵੱਡੀ ਹੈ। ਸਾਰਿਆਂ ਤੋਂ ਉੱਪਰਲਾ ਕੰਮ ਆ ਇਹ ਭਾਈ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਤਾਂ ਕਿ ਸਾਡੀ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਹੋ ਜਾਵੇ। ਜਦੋਂ ਅੰਦਰੋਂ ਮਿਲਾਪ ਹੋ ਗਿਆ ਨਾ, ਜਦੋਂ ਅੰਦਰੋਂ ਸਬਰ ਗਿਆ ਨਾ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਆਪਣੜਾ ਗਿਰੀਵਾਨ ਮੈਂ ਸਰਨੀਮਾ ਕਰ ਵੇਖ। ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜੇ ਅੰਦਰ ਝੂਠ ਆ ਤਾਂ ਦੁਨੀਆ ਝੂਠੀ ਲੱਗੇਗੀ। ਜੇ ਹਰੀ ਐਨਕ ਲੱਗੀ ਆ ਦੁਨੀਆ ਹਰੀ ਲੱਗੂਗੀ। ਜੇ ਲਾਲ ਐਨਕ ਲਾ ਲਈ ਦੁਨੀਆ ਲਾਲ ਲੱਗੂਗੀ। ਇਸੇ ਤਰ੍ਹਾਂ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜਦੋਂ ਅੰਦਰੋਂ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਸਾਰਾ ਰੱਬ ਦਾ ਰੂਪ ਹੀ ਰੱਬ ਦਾ ਖੇਲ ਅਖਾੜਾ ਲੱਗੇਗਾ। ਜੀਓ ਔਰ ਜਿਉਣ ਦੇ ਉਹਦਾ ਫਾਰਮੂਲਾ ਮਨੁੱਖ ਦੇ ਅੰਦਰ ਆ ਜਾਵੇਗਾ। ਮਨੁੱਖ ਪਰ ਉਪਕਾਰੀ ਹੋ ਜਾਵੇਗਾ। ਇੱਕ ਇੱਕ ਦਿਨ ਉਹਦੀ ਰਜ਼ਾ ਦੇ ਵਿੱਚ ਆਨੰਦ ਮਾਣੇਗਾ। ਪਲ ਪਲ ਬਿਨਾਂ ਕਹੇ ਉਹਦਾ ਸ਼ੁਕਰਾਨਾ ਹੁੰਦਾ ਰਹੇਗਾ। ਜਿਹੜਾ ਸਵਾਸ ਆਵੇਗਾ ਇਹ ਤੇਰੀ ਕਿਰਪਾ ਦੇ ਨਾਲ ਹੀ ਆ ਰਿਹਾ। ਮੈਂ ਆਪਣੀ ਮਰਜ਼ੀ ਨਾਲ ਨਹੀਂ ਲੈ ਰਿਹਾ। ਅਗਰ ਆਪਣੀ ਮਰਜ਼ੀ ਨਾਲ ਮੇਰੇ ਸਵਾਸ ਚੱਲਦੇ ਹੋਣ, ਨੱਕ ਮੂੰਹ ਬੰਦ ਕਰਕੇ ਦੇਖ ਲਓ ਕੌਣ ਚੀਜ਼ ਆ ਜਿਹੜੀ ਪਰੇ ਚੱਕ ਕੇ ਮਾਰੂਗੀ। ਤੇ ਜੇ ਮੈਂ ਆਪਣੀ ਮਰਜ਼ੀ ਨਾਲ ਸਵਾਸ ਲਵਾਂ ਤਾਂ ਲੈਣੋਂ ਹਟੇ ਹੀ ਨਾ, ਰੁਕਣ ਹੀ ਨਾ। ਇਸ ਕਰਕੇ ਉਹਦਾ ਹੀ ਖੇਲ ਅਖਾੜਾ, ਉਹਦਾ ਹੀ ਸਾਰਾ ਕੁਝ ਆ ਭਾਈ। ਆਪਾਂ ਹਉਮੈ ਦੇ ਵਿੱਚ ਆ ਕੇ ਸਿਰਫ ਇਹ ਮਨੁੱਖਾ ਹਉਮੈ ਰੋਗ ਮਾਨਖ ਕੋਦੀ ਆ। ਹੋਰ ਜਾਨਵਰ ਆ ਜਿੰਨੇ, ਉਹ ਆਪਣਾ ਸ਼ਿਕਾਰ ਤਾਂ ਪਰਮਾਤਮਾ ਨੇ ਦਿੱਤਾ, ਪਰ ਆਪਣੀ ਨਸਲ ਦਾ ਨੁਕਸਾਨ ਨਹੀਂ ਕਦੇ ਵੀ ਕਰਦੇ ਕੋਈ ਵੀ ਜਾਨਵਰ। ਇਹ ਮਨੁੱਖ ਹੀ ਆ ਜਿਹੜਾ ਆਪਣੀ ਮਨੁੱਖਤਾ ਦਾ ਘਾਣ ਕਰ ਰਿਹਾ। ਕਾਰਨ ਕੀ? ਅਗਿਆਨਤਾ। ਇਸ ਕਰਕੇ ਗੁਰੂ ਦੇ ਨਾਲ ਜੁੜੋ ਭਾਈ, ਜੀਵਨ ਦਾ ਆਨੰਦ ਮਾਣੋ ਤਾਂ ਕਿ ਆਪਣਾ ਅੰਦਰਲਾ ਇਹ ਕਾਰਜ ਹੋ ਜਾਵੇ। ਹੁਣ ਮੌਕਾ, ਹੁਣ ਸਮਾਂ ਨਾ ਖੁਝਾ ਲਈਏ ਭਾਈ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।